हेलो डियर स्टूडेंट्स। ਮਿਤੇ ਕੱਲ ਅਸੀਂ ਸੈੱਲ ਬਾਰੇ ਪੜ੍ਹ ਰਹੇ ਸੀ। ਵਾਟ ਇਜ਼ ਸੈੱਲ? ਦੀ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ ਇਜ਼ ਕਾਲਡ cell, and it is also called the fundamental unit of life. ਤੇ ਇਸ ਦੇ questions: who discovered cell and how? Robert Hooke discovered cell in 1665. ਇਹ ਤੁਸੀਂ ਆਲਰੇਡੀ ਲਿਖਿਆ ਹੋਇਆ ਹੈ। ਸੈਕੰਡ ਕੁਐਸਚਨ ਵੀ ਤੁਸੀਂ ਆਲਰੇਡੀ ਲਿਖਿਆ ਹੋਇਆ ਹੈ। ਵਾਈ ਇਜ਼ ਦਾ ਸੈੱਲ ਕਾਲਡ ਦੀ ਸਟਰਕਚਰਲ ਐਂਡ ਫੰਕਸ਼ਨਲ ਯੂਨਿਟ ਆਫ ਲਾਈਫ? ਇਸ ਦੇ 4 ਪੁਆਇੰਟ ਹਨ, ਯਾਦ ਕਰਨੇ ਹਨ, ਕਿਉਂਕਿ ਸੈੱਲ ਹੀ ਸਾਡੀ ਬਾਡੀ ਦੀ ਸਟਰਕਚਰ ਕਰਦੇ ਹਨ ਅਤੇ ਸੈੱਲ ਦੇ ਕਾਰਨ ਹੀ ਸਾਡੀ ਜਿਹੜੀ ਬਾਡੀ ਹੈ ਫੰਕਸ਼ਨ ਕਰਦੀ ਹੈ। ਸੋ ਨੈਕਸਟ ਪਲਾਜ਼ਮਾ ਮੈਂਬਰਨ ਅਸੀਂ ਪੜ੍ਹੀ ਸੀ, ਉਸ ਦੇ ਵੀ 2 ਕੁਐਸਚਨ ਹਨ ਰਿਲੇਟਿੰਗ, ਉਹ ਵੀ ਤੁਸੀਂ ਆਲਰੇਡੀ ਲਿਖੇ ਹੋਏ ਹਨ। ਹਾਊ ਡੂ ਸਬਸਟੈਂਸ ਲਾਈਕ ਕਾਰਬਨ ਡਾਈਆਕਸਾਈਡ ਐਂਡ ਵਾਟਰ ਮੂਵ ਇਨ ਐਂਡ ਆਊਟ ਆਫ ਸੈੱਲ? ਕਾਰਬਨ ਡਾਈਆਕਸਾਈਡ ਅਤੇ ਵਾਟਰ ਸੈੱਲ ਦੇ ਵਿੱਚੋਂ ਇਨ ਅਤੇ ਆਊਟ ਕਿਵੇਂ ਹੁੰਦੇ ਹਨ? ਕੱਲ੍ਹ ਅਸੀਂ ਪੜ੍ਹਿਆ ਸੀ ਦੀ ਕਾਰਬਨ ਡਾਈਆਕਸਾਈਡ moves in and out of the cell due to the process called diffusion. ਇੱਕ ਪ੍ਰੋਸੈਸ ਜਿਸ ਨੂੰ ਡਿਫਿਊਜ਼ਨ ਕਿਹਾ ਜਾਂਦਾ ਹੈ। ਕਿਸ ਤਰ੍ਹਾਂ ਮੂਵ ਕਰਦੇ ਹਨ? ਇਟ ਮੂਵਸ ਫਰਮ ਦਾ ਹਾਇਰ ਕੰਸਨਟ੍ਰੇਸ਼ਨ ਟੂ the region of lower concentration, and the movement of water from the higher concentration to the lower concentration is called osmosis. ਸੈਕੰਡ ਕੁਐਸਚਨ ਵੀ ਤੁਹਾਨੂੰ ਡਿਟੇਲ ਦੇ ਵਿੱਚ ਸਮਝਾ ਦਿੱਤਾ ਸੀ। ਵਾਈ ਇਜ਼ ਦੀ ਪਲਾਜ਼ਮਾ ਮੈਂਬਰਨ ਕਾਲਡ ਏ ਸਿਲੈਕਟਿਵਲੀ ਪਰਮੇਬਲ ਮੈਂਬਰਨ? ਕਿਉਂ ਇਸ ਨੂੰ ਸਿਲੈਕਟਿਵਲੀ ਪਰਮੇਬਲ ਮੈਂਬਰਨ ਕਿਹਾ ਜਾਂਦਾ ਹੈ? because it permits the material to go in and out of cell. ਕਿਉਂਕਿ ਇਹੀ ਮੈਂਬਰਨ ਹੈ ਜਿਹੜੀ this is plasma membrane or cell membrane nucleus, ਇਹੀ ਮੈਂਬਰਨ ਅਲਾਉਡ ਕਰਦੀ ਹੈ ਕਿਹੜਾ ਮਟੀਰੀਅਲ ਅੰਦਰ ਜਾਣਾ ਹੈ ਅਤੇ ਕਿਹੜਾ ਬਾਹਰ ਆਉਣਾ ਹੈ। ਇਸ ਲਈ ਇਸ ਨੂੰ ਇਹ ਸਿਲੈਕਟ ਕਰਦੀ ਹੈ, ਇਸ ਲਈ ਇਸ ਨੂੰ ਕਿਹਾ ਜਾਂਦਾ ਹੈ ਸਿਲੈਕਟਿਵਲੀ ਪਰਮੇਬਲ ਮੈਂਬਰਨ। ਤੁਸੀਂ ਇਹ ਕੁਐਸਚਨ ਪੜ੍ਹ ਲੈਣਾ ਹੈ। ਸੋ ਨੈਕਸਟ ਟੋਪਿਕ ਇਜ਼ ਸੈੱਲ ਵਾਲ। ਸੈੱਲ ਵਾਲ ਇਹ ਐਨੀਮਲ ਸੈੱਲ ਦੀ ਗੱਲ ਸੀ ਪਹਿਲਾਂ। ਹੁਣ ਜੋ ਸੈੱਲ ਵਾਲ ਦੀ ਗੱਲ ਹੈ, ਪਲਾਂਟ ਸੈੱਲ ਦੇ ਵਿੱਚ ਪਲਾਜ਼ਮਾ ਮੈਂਬਰਨ ਦੇ ਵਿੱਚ ਇੱਕ ਉੱਪਰ ਜੋ ਪਰਤ ਹੋਰ ਚੜ੍ਹੀ ਹੈ ਜਿਸ ਨੂੰ ਸਿੱਲੜ ਕਹਿੰਦੇ ਹਾਂ ਅਸੀਂ, ਮੋਟੀ, ਉਸ ਨੂੰ ਕਿਹਾ ਜਾਂਦਾ ਹੈ ਸੈੱਲ ਵਾਲ। ਪਲਾਂਟ ਸੈੱਲ ਦੇ ਵਿੱਚ ਹੁੰਦੀ ਹੈ, ਐਨੀਮਲ ਸੈੱਲ ਦੇ ਵਿੱਚ ਨਹੀਂ ਹੁੰਦੀ। ਅਤੇ ਤੁਸੀਂ ਇਸ ਨੂੰ ਸਟੱਡੀ ਇੱਕ ਵਾਰ ਫੇਰ ਕਰ ਲੈਂਦੇ ਹਾਂ। ਪਲਾਂਟ ਸੈਲਸ ਇਨ ਐਡੀਸ਼ਨ ਟੂ ਪਲਾਜ਼ਮਾ ਮੈਂਬਰਨ, ਪਲਾਜ਼ਮਾ ਮੈਂਬਰਨ ਦੇ ਨਾਲ ਹੈਵ ਐਨ ਅਦਰ ਰਿਜਿਡ ਆਊਟਰ ਕਵਰਿੰਗ। ਰਿਜਿਡ ਮੀਨਜ਼ ਸਖਤ, ਇੱਕ ਸਖਤ ਆਊਟਰ ਕਵਰਿੰਗ ਹੁੰਦੀ ਆ ਕਾਲਡ ਸੈੱਲ ਵਾਲ, ਜਿਸ ਨੂੰ ਸੈੱਲ ਵਾਲ ਕਿਹਾ ਜਾਂਦਾ ਹੈ। ਦੀ ਸੈੱਲ ਵਾਲ ਲਾਈਜ਼ ਆਊਟਸਾਈਡ ਦੀ ਪਲਾਜ਼ਮਾ ਮੈਂਬਰਨ, ਪਲਾਜ਼ਮਾ ਮੈਂਬਰਨ ਦੇ ਆਊਟਸਾਈਡ 'ਤੇ ਬਣੀ ਹੁੰਦੀ ਹੈ। ਦੀ ਪਲਾਂਟ ਸੈੱਲ ਵਾਲ ਇਜ਼ ਮੇਨਲੀ ਕੰਪੋਜ਼ਡ ਆਫ ਸੈਲੂਲੋਜ਼, ਇਹ ਮੇਨਲੀ ਸੈਲੂਲੋਜ਼ ਦੀ ਬਣੀ ਹੋਈ ਹੈ। ਸੈਲੂਲੋਜ਼ ਕੀ ਹੈ? ਸੈਲੂਲੋਜ਼ ਇਜ਼ ਦੀ ਕੰਪਲੈਕਸ ਸਬਸਟਾਂਸ, ਇੱਕ ਕੰਪਲੈਕਸ ਗੁੰਝਲਦਾਰ ਸਬਸਟਾਂਸ ਹੈ। ਐਂਡ ਪ੍ਰੋਵਾਈਡਸ ਸਟਰਕਚਰਲ ਸਟਰੈਂਥ ਟੂ ਦਾ ਪਲਾਂਟ, ਜਿਹੜਾ ਪਲਾਂਟ ਨੂੰ ਸਟਰੈਂਥ ਸਪਲਾਈ ਕਰਦਾ ਹੈ। ਸੋ ਇਸ ਨੂੰ ਬਰੀਫਲੀ ਅਸੀਂ ਪੜ੍ਹਨਾ ਹੈ। ਵੈਨ ਦੀ ਲਿਵਿੰਗ ਪਲਾਂਟ ਸੈੱਲ ਲੌਸਿਸ ਵਾਟਰ, ਜਦੋਂ ਲਿਵਿੰਗ ਪਲਾਂਟ ਸੈੱਲ, ਇੱਕ ਸੁੱਕੇ ਪੌਦੇ ਹੁੰਦੇ ਹਨ, ਹਰੇ ਪੌਦੇ ਨੇ ਜਿਹੜੇ ਜਿਉਂਦੇ ਪੌਦੇ, ਲੌਸਿਸ ਵਾਟਰ ਥਰੂ ਔਸਮੋਸਿਸ, ਜਦੋਂ ਔਸਮੋਸਿਸ ਕੀ ਹੁੰਦਾ ਹੈ? ਮੂਵਮੈਂਟ ਆਫ ਵਾਟਰ ਫਰਮ ਦਾ ਰੀਜਨ ਆਫ ਹਾਇਰ ਕੰਸਨਟ੍ਰੇਸ਼ਨ ਟੂ ਲੋਅਰ ਕੰਸਨਟ੍ਰੇਸ਼ਨ। ਜਦੋਂ ਵਾਟਰ ਲੋਸ ਹੋ ਜਾਂਦਾ ਹੈ
गर्मी कारण कह लो या अदर कारण करके देयर इज श्रिंकेज और कंट्रैक्शन ऑफ द कंटेंट्स ऑफ द सैल अवे फ्राम द सैल वाल, ਤਾਂ ਸੈੱਲ ਜਿਹੜਾ ਪੌਦਾ ਹੈ ਉਹ ਸ਼ਰਿੰਕ ਕਰ ਜਾਂਦਾ ਹੈ, ਸੁੰਗੜ ਜਾਂਦਾ ਹੈ, ਕੰਟਰੈਕਟ ਕਰ ਜਾਂਦਾ ਹੈ। ਉਸ ਦੇ ਸੁੰਗੜਨ ਨੂੰ ਕੀ ਕਹਿੰਦੇ ਹਨ? ਦਿਸ ਫਿਨੋਮਨਾ ਇਜ਼ ਨੋਨ ਐਜ਼ ਪਲਾਜ਼ਮੋਲਾਈਸਿਸ। ਦਿਸ ਫਿਨੋਮਨਾ ਇਜ਼ ਨੋਨ ਐਜ਼ ਪਲਾਜ਼ਮੋਲਾਈਸਿਸ। ਇਹ ਡੈਫੀਨੇਸ਼ਨ ਵੀ ਯਾਦ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਨੈਕਸਟ ਜਿਹੜਾ ਟੌਪਿਕ ਹੈ ਨਿਊਕਲੀਅਸ। ਨਿਊਕਲੀਅਸ ਬਾਹਰ ਜੋ ਲੇਅਰ ਹੈ ਉਸਨੂੰ ਸੈੱਲ ਮੈਂਬਰਨ ਕਿਹਾ ਜਾਂਦਾ ਹੈ, ਅਤੇ ਜੋ ਸੈਂਟਰਲ ਪੋਰਸ ਹੈ ਇਟ ਇਜ਼ ਕਾਲਡ ਨਿਊਕਲੀਅਸ। ਮੇਨ ਹੈ ਜੋ ਸਾਰੇ ਸੈੱਲ ਨੂੰ ਆਪਰੇਟ ਕਰਦਾ ਹੈ ਅੰਦਰ ਸੈਂਟਰ ਤੋਂ। ਅਤੇ ਜੋ ਦਿਸ ਵਨ ਆ ਜੋ ਏਰੀਆ ਬਚ ਗਿਆ ਇਨ ਬਿਟਵੀਨ ਨਿਊਕਲੀਅਸ ਐਂਡ ਪਲਾਜ਼ਮਾ ਮੈਂਬਰਨ, ਇਸ ਨੂੰ ਕਿਹਾ ਜਾਂਦਾ ਹੈ ਸਾਈਟੋਪਲਾਜ਼ਮਾ। ਦਿਸ ਇਜ਼ ਕਾਲਡ ਸਾਈਟੋਪਲਾਜ਼ਮਾ। ਇਸ ਨੂੰ ਬਾਅਦ ਵਿੱਚ ਡਿਸਕਸ ਕਰਨਾ ਹੈ। ਪਲਾਜ਼ਮਾ ਮੈਂਬਰਨ ਆਊਟਰ ਲੇਅਰ ਹੋ ਗਈ, ਹੁਣ ਅਸੀਂ ਡਿਸਕਸ ਕਰਾਂਗੇ ਨਿਊਕਲੀਅਸ। ਨਿਊਕਲੀਅਸ ਕੀ ਹੈ? The nucleus has double layer covering called nuclear membrane। ਜਿਹੜਾ ਇਹ ਨਿਊਕਲੀਅਸ ਹੈ ਇਸ ਦੇ ਉੱਤੇ ਵੀ ਇੱਕ ਪਰਤ ਚੜ੍ਹੀ ਹੁੰਦੀ ਹੈ, ਕਵਰਿੰਗ ਹੁੰਦੀ ਹੈ ਨਿਊਕਲੀਅਸ ਦੇ ਉੱਤੇ, ਉਸ ਨੂੰ ਕਿਹਾ ਜਾਂਦਾ ਹੈ ਨਿਊਕਲੀਅਰ ਮੈਂਬਰਨ। ਜਿਵੇਂ ਸੈੱਲ ਦੇ ਉੱਤੇ ਜੋ ਪਰਤ ਚੜ੍ਹੀ ਹੁੰਦੀ ਹੈ ਉਸ ਨੂੰ ਕਿਹਾ ਜਾਂਦਾ ਹੈ ਸੈੱਲ ਮੈਂਬਰਨ ਜਾਂ ਪਲਾਜ਼ਮਾ ਮੈਂਬਰਨ। ਇਸੇ ਤਰ੍ਹਾਂ ਨਿਊਕਲੀਅਸ ਦੇ ਉੱਤੇ ਵੀ ਇੱਕ ਪਰਤ ਚੜ੍ਹੀ ਹੁੰਦੀ ਹੈ ਕਵਰਿੰਗ ਡਬਲ। ਇਟ ਹੈਜ਼ ਡਬਲਡ ਲੇਅਰ ਕਵਰਿੰਗ ਕਾਲਡ ਨਿਊਕਲੀਅਰ ਮੈਂਬਰਨ। ਦੀ ਨਿਊਕਲੀਅਰ ਮੈਂਬਰਨ ਹੈਜ਼ ਪੋਰਸ। ਇਸ ਵਿੱਚ ਪੋਰਸ ਹੁੰਦੇ ਹਨ, ਸੁਰਾਖ ਹੁੰਦੇ ਹਨ, pores which allow the transfer of material from the inside, ਜਿਹੜੀ ਅਲਾਓ ਕਰਦੀ ਹੈ, ਪਰਮਿਸ਼ਨ ਦਿੰਦੀ ਹੈ ਮਟੀਰੀਅਲ ਨੂੰ ਟਰਾਂਸਫਰ ਕਰਨ ਲਈ। ਕਿਹੜੇ ਮਟੀਰੀਅਲ ਨੂੰ? ਜੋ ਇਨਸਾਈਡ ਹੈ। ਇਨਸਾਈਡ ਦਾ ਨਿਊਕਲੀਅਸ ਕਿੱਧਰ ਨੂੰ? ਟੂ ਇਟਸ ਆਊਟਸਾਈਡ, ਬਾਹਰ। ਬਾਹਰ ਕੀ ਹੈ? ਸਾਈਟੋਪਲਾਜ਼ਮ। ਇਸ ਦੇ ਉੱਤੇ ਇੱਕ ਮੈਂਬਰਨ ਹੈ ਜਿਸ ਨੂੰ ਨਿਊਕਲੀਅਰ ਮੈਂਬਰਨ ਕਿਹਾ ਜਾਂਦਾ ਹੈ, which allow the material to go outside into the cytoplasm, which we will talk about next section। ਅਗਲੇ ਸੈਕਸ਼ਨ ਦੇ ਵਿੱਚ ਪੜ੍ਹਾਂਗੇ ਸਾਈਟੋਪਲਾਜ਼ਮ। ਨਿਊਕਲੀਅਸ ਦੇ ਵਿੱਚ ਹੋਰ ਕੀ ਹੈ? ਦੀ ਨਿਊਕਲੀਅਸ ਕੰਟੇਨਸ ਕ੍ਰੋਮੋਸੋਮਸ। ਨਿਊਕਲੀਅਸ ਕਿਸ ਤੋਂ ਬਣਿਆ ਹੁੰਦਾ? ਇਸ ਵਿੱਚ ਕ੍ਰੋਮੋਸੋਮਸ ਹੁੰਦੇ ਹਨ which are visible as rod shaped structure only when, ਜਿਹੜੇ ਦਿਖਾਈ ਦਿੰਦੇ ਹਨ ਰੋਡ ਸ਼ੇਪ ਸਟਰਕਚਰ ਦੇ ਵਿੱਚ, ਕਦੋਂ? when the cell is about to divide, ਜਦੋਂ ਸੈੱਲ ਨੇ ਟੁੱਟਣਾ ਹੁੰਦਾ ਹੈ। ਮਤਲਬ ਇੱਕ ਸੈੱਲ ਤੋਂ ਦੋ ਸੈੱਲ ਬਣਨੇ ਹੁੰਦੇ ਹਨ, ਉਸ ਟਾਈਮ ਨਿਊਕਲੀਅਸ ਦੀ ਹੀ ਡਿਵੀਜ਼ਨ ਹੁੰਦੀ ਹੈ। ਜਿਸ ਤਰ੍ਹਾਂ ਨਿਊਕਲੀਅਸ ਹੈ, ਇਹ ਨਿਊਕਲੀਅਸ ਹੈ, ਸੈਂਟਰ ਵਾਲਾ ਪੋਰਸ਼ਨ ਦਿਖਾਉਣ ਲੱਗਿਆ। ਇਹ ਨਿਊਕਲੀਅਸ ਥੋੜ੍ਹਾ ਅਲੋਂਗੇਟ ਹੋ ਜਾਂਦਾ, ਵੱਡਾ ਹੋ ਜਾਂਦਾ, ਅਤੇ ਫਿਰ ਇਹ ਡੰਬਲਡ ਸ਼ੇਪ ਬਣ ਜਾਂਦਾ ਹੈ। ਇੱਥੇ ਇਹ ਡਿਟੇਲ ਦੇ ਵਿੱਚ ਨਹੀਂ ਐਕਸਪਲੇਨ ਕੀਤਾ ਹੋਇਆ। ਅਤੇ ਫਿਰ ਇਹ ਨਿਊਕਲੀਅਸ ਟੁੱਟ ਜਾਂਦਾ ਹੈ, ਦੋ ਹੋ ਜਾਂਦੇ ਹਨ, ਅਤੇ ਇੱਕ ਤੋਂ ਦੋ ਸੈੱਲ ਬਣ ਜਾਂਦੇ ਹਨ। ਇਸ ਨੂੰ ਬਾਈਨਰੀ ਫਿਸ਼ਨ ਵੀ ਕਿਹਾ ਜਾਂਦਾ ਹੈ। ਸੋ ਨਿਊਕਲੀਅਸ ਜੋ ਨਵੀਂ ਰੀਪਰੋਡਕਸ਼ਨ ਹੁੰਦੀ ਹੈ, ਨਵਾਂ ਸੈੱਲ ਬਣਦਾ ਹੈ, ਉਹ ਵੀ ਨਿਊਕਲੀਅਸ ਕਾਰਨ ਹੀ ਬਣਦਾ ਹੈ। ਸੈਕਿੰਡ ਇਨਫੋਰਮੇਸ਼ਨ ਜੋ ਨਿਊਕਲੀਅਸ ਦੀ ਹੈ, ਕ੍ਰੋਮੋਸੋਮਸ ਨੇ ਜਿਹੜੇ ਵਿੱਚ ਇਸ ਦੇ ਜਿਸ ਦੀ ਗੱਲ ਕਰਦੇ ਹਾਂ। ਨਿਊਕਲੀਅਸ ਹੈਜ਼ ਕ੍ਰੋਮੋਸੋਮਸ। ਇਟ ਕੰਟੇਨਸ ਇਨਫੋਰਮੇਸ਼ਨ ਫਾਰ ਇਨਹੈਰੀਟੈਂਸ ਆਫ ਕਰੈਕਟਰਸ ਫਰਾਮ ਪੇਰੈਂਟ ਟੂ ਨੈਕਸਟ ਜਨਰੇਸ਼ਨ। ਇੱਕ ਪੇਰੈਂਟਸ ਦੇ ਕਰੈਕਟਰ ਜੋ ਗੁਣ ਹਨ
ਉਹ ਨਵੀਂ ਜਨਰੇਸ਼ਨ ਵਿੱਚ ਜਾਂਦੇ ਹਨ, ਉਹ ਨਿਊਕਲੀਅਸ ਕਾਰਨ ਹੀ ਜਾਂਦੇ ਹਨ। ਨਿਊਕਲੀਅਸ ਦੇ ਵਿੱਚ ਕੀ ਹੁੰਦਾ ਹੈ? ਕ੍ਰੋਮੋਸੋਮਸ। ਅਤੇ ਕ੍ਰੋਮੋਸੋਮਸ ਆਰ ਕੰਪੋਜ਼ਡ ਆਫ DNA ਐਂਡ ਪ੍ਰੋਟੀਨ। ਅਤੇ ਜਿਹੜਾ ਕ੍ਰੋਮੋਸੋਮ ਹੈ ਉਹ ਕਿਸ ਤੋਂ ਬਣਿਆ ਹੁੰਦਾ ਹੈ? DNA ਐਂਡ ਪ੍ਰੋਟੀਨ। ਉਸ ਤੋਂ ਦੋ ਤੋਂ ਬਣਿਆ ਹੁੰਦਾ ਹੈ, DNA ਐਂਡ ਪ੍ਰੋਟੀਨ। DNA molecules contains information necessary for constructing and organizing cell। DNA ਦੇ ਵਿੱਚ ਹੀ ਸਾਰੀ ਇਨਫੋਰਮੇਸ਼ਨ ਹੁੰਦੀ ਹੈ ਅਗਲੇ ਸੈੱਲ ਬਣਾਉਣ ਲਈ, ਆਰਗੇਨਾਈਜ਼ ਕਰਨ ਲਈ। ਫੰਕਸ਼ਨਲ ਸੈਗਮੈਂਟ ਆਫ DNA ਦੇ ਵਿੱਚ ਜਿਹੜੀ ਸੈਗਮੈਂਟ ਫੰਕਸ਼ਨ ਕਰਦੀ ਹੈ ਆਰ ਕਾਲਡ ਜੀਨਸ। ਉਸ ਨੂੰ ਕੀ ਕਿਹਾ ਜਾਂਦਾ ਹੈ? ਜੀਨਸ। ਐਕਚੁਅਲੀ ਜੀਨਸ ਹੀ ਅਸਲੀ ਉਹ ਸਾਧਨ ਹਨ ਜੋ ਇਨਫੋਰਮੇਸ਼ਨ ਪੇਰੈਂਟ ਬਾਡੀ ਟੂ ਨੈਕਸਟ ਜਨਰੇਸ਼ਨ ਤੱਕ ਲੈ ਕੇ ਜਾਂਦੇ ਹਨ, ਜੀਨਸ। ਅਤੇ ਜੀਨਸ ਦੀ ਸਟੱਡੀ ਨੂੰ ਕਹਿੰਦੇ ਹਨ, ਸਟੱਡੀ ਆਫ ਜੀਨਸ ਇਜ਼ ਕਾਲਡ ਜੈਨੇਟਿਕ ਇੰਜੀਨੀਅਰਿੰਗ ਔਰ ਜੈਨੇਟਿਕਸ। ਸਟੱਡੀ ਆਫ ਜੀਨਸ ਇਜ਼ ਕਾਲਡ ਜੈਨੇਟਿਕ ਇੰਜੀਨੀਅਰਿੰਗ ਔਰ ਜੈਨੇਟਿਕਸ। ਨਾਓ ਨਿਊਕਲੀਅਸ ਦੇ ਬੇਸ 'ਤੇ ਦੋ ਪ੍ਰਕਾਰ ਦੇ ਜਿਹੜੇ ਸੈੱਲ ਹਨ ਉਹ ਬਣਦੇ ਹਨ। ਕਈ ਸੈੱਲਾਂ ਦੇ ਵਿੱਚ ਨਿਊਕਲੀਅਰ ਮੈਂਬਰਨ ਹੈ ਜਿਹੜੀ ਐਬਸੈਂਟ ਹੁੰਦੀ ਹੈ। ਨਿਊਕਲੀਅਰ ਮੈਂਬਰਨ ਹੈ ਉਹ ਐਬਸੈਂਟ ਹੁੰਦੀ ਹੈ ਅਤੇ ਉਸ ਨੂੰ ਕਿਹਾ ਜਾਂਦਾ ਹੈ ਪ੍ਰੀਕੈਰੀਓਟਿਕ ਸੈੱਲ। Such an undefined nuclear region containing only nucleic acid is called nucleoids। Such organs, ਇਸ ਤਰ੍ਹਾਂ ਦੇ organs whose cells lack nuclear membrane, ਉਹ ਆਰਗੈਨਿਜ਼ਮ ਜਿਨ੍ਹਾਂ ਦੇ ਵਿੱਚ ਨਿਊਕਲੀਅਰ ਮੈਂਬਰਨ ਨਹੀਂ ਹੁੰਦੀ, ਲੇਕ ਆਫ ਕਮੀ ਹੁੰਦੀ ਹੈ, ਐਬਸੈਂਟ ਹੁੰਦੀ, ਆਰ ਕਾਲਡ ਪ੍ਰੋਕੈਰੀਓਟਿਕ ਆਰਗੈਨਿਜ਼ਮ। ਐਂਡ ਦਾ ਆਰਗੈਨਿਜ਼ਮਸ ਵਿਦ ਹੈਵਿੰਗ ਏ ਨਿਊਕਲੀਅਰ ਮੈਂਬਰਨ, ਅਤੇ ਜਿਨ੍ਹਾਂ ਦੇ ਵਿੱਚ ਨਿਊਕਲੀਅਰ ਮੈਂਬਰਨ ਹੁੰਦੀ ਹੈ ਆਰ ਕਾਲਡ ਯੂਕੈਰੀਓਟਿਕ ਸੈਲਸ। ਉਸ ਨੂੰ ਯੂਕੈਰੀਓਟਿਕ ਸੈਲਸ ਕਿਹਾ ਜਾਂਦਾ ਹੈ। ਸੋ ਨੈਕਸਟ ਜਿਹੜਾ ਹੈ ਟੋਪਿਕ ਉਹ ਹੈ ਸਾਈਟੋਪਲਾਜ਼ਮ। ਸਾਈਟੋਪਲਾਜ਼ਮ, the space between the region between the region takes the region between plasma membrane and nucleus, region between this one plasma membrane and nucleus ਦੇ ਵਿਚਾਲੇ ਜੋ ਰੀਜਨ ਹੈ ਇਸ ਨੂੰ ਕਿਹਾ ਜਾਂਦਾ ਹੈ ਸਾਈਟੋਪਲਾਜ਼ਮ। ਜੋ ਵੀ ਇਨਫੋਰਮੇਸ਼ਨ ਮੈਂਬਰਨ ਤੋਂ ਨਿਊਕਲੀਅਸ ਅਤੇ ਨਿਊਕਲੀਅਸ ਤੋਂ ਮੈਂਬਰਨ ਤੱਕ ਜਾਣੀ ਹੈ ਉਹ ਕਿਹਦੇ ਵਿੱਚ ਹੀ ਪਾਸ ਆਊਟ ਹੋ ਕੇ ਜਾਣੀ ਹੈ? ਸਾਈਟੋਪਲਾਜ਼ਮ ਦੇ ਵਿੱਚ। ਇਸ ਦਾ ਵੀ ਬਹੁਤ ਇੰਪੋਰਟੈਂਟ ਰੋਲ ਹੁੰਦਾ ਹੈ। we can see a large region of each cell enclosed by the cell membrane। ਆ ਜਿਹੜੀ ਸਪੇਸ ਹੈ ਸੈੱਲ ਮੈਂਬਰਨ ਦੇ ਨਾਲ ਘਿਰੀ ਹੋਈ ਇਸ ਨੂੰ ਕਿਹਾ ਜਾਂਦਾ ਹੈ ਸਾਈਟੋਪਲਾਜ਼ਮ। this region take up very little strain, it is called cytoplasm। cytoplasm ਹੈ ਕਿ cytoplasm is the fluid content inside the plasma membrane। ਫਲੂਇਡ ਇੱਕ ਪੇਸਟ ਲਾਈਕ ਨੂੰ ਕਹਿ ਦਿੰਦੇ ਹਾਂ, ਜੋ ਲਿਕੁਇਡ ਵੀ ਨਹੀਂ ਹੁੰਦਾ, ਸੋਲਿਡ ਵੀ ਨਹੀਂ ਹੁੰਦਾ, ਇੱਕ ਪੇਸਟ ਦੀ ਤਰ੍ਹਾਂ ਮਟੀਰੀਅਲ ਭਰਿਆ ਹੋਇਆ ਹੈ ਕਿਹਦੇ ਵਿੱਚ? ਦੀ ਸਾਈਟੋਪਲਾਜ਼ਮਾ ਇਜ਼ ਏ ਫਲੂਇਡ ਕੰਟੈਂਟ ਇਨਸਾਈਡ ਦਾ ਪਲਾਜ਼ਮਾ
ਮੈਂਬਰਨ। ਇਟ ਆਲਸੋ ਕੰਟੇਨਸ ਮੈਨੀ ਸਪੈਸ਼ਲਾਈਜ਼ਡ ਸੈੱਲ। ਇਸ ਦੇ ਵਿੱਚ ਬਹੁਤ ਸਾਰੇ ਸਪੈਸ਼ਲਾਈਜ਼ਡ ਸੈੱਲ ਹਨ। ਇਹ ਪਲਾਜ਼ਮਾ ਮੈਂਬਰਨ ਹੈ, ਇਹ ਨਿਊਕਲੀਅਸ ਹੈ। ਜਿਹੜੀ ਇਹ ਪਲਾਜ਼ਮਾ ਮੈਂਬਰਨ ਹੈ, ਇਸ ਵਿੱਚ ਬਹੁਤ ਸਾਰੇ ਸਪੈਸ਼ਲਾਈਜ਼ਡ ਸੈੱਲ ਹਨ। ਸਪੈਸ਼ਲਾਈਜ਼ਡ ਸੈੱਲ ਮੀਨਸ ਜਿਹੜੇ ਹਰੇਕ ਦਾ ਇੱਕ ਸਪੈਸ਼ਲ ਫੰਕਸ਼ਨ ਹੁੰਦਾ ਹੈ। ਇਹਨਾਂ ਸਾਰਿਆਂ ਨੂੰ ਕੀ ਨੇਮ ਦਿੱਤਾ ਹੈ? ਸੈੱਲ ਔਰਗੇਨਲਸ। ਦੀਜ਼ ਆਰ ਕਾਲਡ ਸੈੱਲ ਔਰਗੇਨਲਸ। ਨੈਕਸਟ ਲੈਕਚਰ ਦੇ ਵਿੱਚ ਸੈੱਲ ਔਰਗੇਨਲਸ ਪੜ੍ਹਨਾ ਹੈ। ਈਚ ਆਫ these organelles perform a specific function for the cell। ਇਹ ਜਿਹੜੇ ਔਰਗੇਨਲਸ ਨੇ ਇਹ ਸੈੱਲ ਲਈ ਸਪੈਸ਼ਲ ਕੰਮ ਕਰਦੇ ਹਨ। ਹਰੇਕ ਦਾ ਕੰਮ ਵੱਖਰਾ ਹੈ। ਇੱਥੇ ਤੁਸੀਂ ਇਸ ਨੂੰ ਦੇਖ ਸਕਦੇ ਹੋ। ਆਊਟਸਾਈਡ ਪਲਾਜ਼ਮਾ ਮੈਂਬਰਨ ਬਣੀ ਹੋਈ ਹੈ ਅਤੇ ਸੈਂਟਰ ਦੇ ਵਿੱਚ ਨਿਊਕਲੀਅਸ ਹੈ ਅਤੇ ਇਹ ਵਾਲੇ ਸਾਰੇ ਸੈੱਲ ਔਰਗੇਨਲਸ ਹਨ। ਇਹਨਾਂ ਦੇ ਆਪਣੇ ਆਪਣੇ ਕੰਮ ਹਨ, ਆਪਣਾ ਆਪਣਾ ਫੰਕਸ਼ਨ ਹੈ। ਜਿਵੇਂ ਇੱਕ ਔਰਗੇਨਲਸ ਦਾ ਨਾਮ ਹੈ ਗੋਲਗੀ ਅਪਰੇਟਸ, ਇੱਕ ਹੈ ਲਾਈਜ਼ੋਸੋਮਸ, ਰਾਈਬੋਸੋਮਸ, ਮਾਈਟੋਚੌਂਡਰੀਆ, ਗੋਲਗੀ ਅਪਰੇਟਸ। ਇਹ ਸਾਰਿਆਂ ਦੇ ਫੰਕਸ਼ਨ ਅਸੀਂ ਥੋੜ੍ਹੇ ਬਰੀਫਲੀ ਨੈਕਸਟ ਲੈਕਚਰ ਦੇ ਵਿੱਚ ਪੜ੍ਹਨੇ ਹਨ। ਲਾਈਕ ਗੋਲਗੀ ਅਪਰੇਟਸ, ਲਾਈਜ਼ੋਸੋਮਸ, ਮਾਈਟੋਚੌਂਡਰੀਆ ਐਟਸੈਟਰਾ, ਪਲਾਸਟਿਡਸ, ਵੈਕਿਊਲਸ। ਇਹਨਾਂ ਸਾਰਿਆਂ ਦੇ ਸੈੱਲ ਡਿਵੀਜ਼ਨ ਕਿਸ ਤਰ੍ਹਾਂ ਹੁੰਦੀ ਹੈ, ਇਹ ਨੈਕਸਟ ਲੈਕਚਰ ਦੇ ਵਿੱਚ ਚੈਪਟਰ ਹੈ ਜਿਹੜਾ ਓਵਰ ਹੋ ਜਾਣਾ ਹੈ। ਅੱਜ ਤੁਸੀਂ ਨਿਊਕਲੀਅਸ ਔਰ ਪਲਾਜ਼ਮਾ ਮੈਂਬਰਨ ਰਿਪੀਟ ਕਰ ਲੈਣੀ ਹੈ ਅਤੇ ਨਾਲ ਹੀ ਸਾਈਟੋਪਲਾਜ਼ਮਾ ਦੇ ਬਾਰੇ ਜੋ ਇਨਫੋਰਮੇਸ਼ਨ ਦਿੱਤੀ ਹੈ ਉਸ ਨੂੰ ਦੁਬਾਰਾ ਸੁਣਨਾ ਹੈ। ਓਕੇ ਬੇਟੇ, ਥੈਂਕ ਯੂ, ਹੈਵ ਅ ਨਾਈਸ ਡੇ।